ਤਰਨ ਤਾਰਨ ਦੇ ਪਿੰਡ ਮਾਨੋ ਚਾਹਲ ਦੇ ਤਰਲੋਚਨ ਸਿੰਘ ਮਾਨੋ ਚਾਹਲ ਦੀ ਸਿੱਖ ਕੌਮ ਲਈ ਕੁਰਬਾਨੀ ਲਾਮਿਸਾਲ ਹੈ। ਪਰ ਤਰਾਸਦੀ ਕਿ ਅੱਜ ਇਹ ਧਰਮੀ ਫੌਜੀ ਗੁਮਨਾਮੀ ਦੀ ਜ਼ਿੰਦਗੀ ਹੜਾਉਣ ਨੂੰ ਮਜਬੂਰ ਹਨ। ਜਿਸ ਕੌਮ ਲਈ ਜੇਲਾਂ ਕੱਟੀਆਂ ਤਸੀਹੇ ਝੱਲੇ, ਉਸ ਕੌਮ ਦੇ ਅਖੌਤੀ ਪੰਥਕ ਲੀਡਰਾਂ ਨੇ ਇਹਨਾਂ ਧਰਮੀ ਯੋਧਿਆਂ ਨੂੰ ਹਮੇਸ਼ਾ ਲਈ ਵਸਾਰ ਦਿੱਤਾ ਹੈ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ, ਅਸੀਂ ਉਸ ਟਾਈਮ ਦੇ ਉੱਤੇ ਲਾਲਗੜ੍ਹ ਜੱਟਾਂ ਗੰਗਾਨਗਰ ਰਾਜਸਥਾਨ ਦੇ ਵਿੱਚ ਆਉਣ ਵਾਲੀ ਸੀ। ਬ੍ਰੇਕਫਾਸਟ ਦਾ ਟਾਈਮ ਸੀ। ਬ੍ਰੇਕਫਾਸਟ ਦੇ ਉੱਤੇ ਜਦੋਂ ਗਏ ਉਹਦੇ ਵਿੱਚ ਸਾਰੇ ਜਵਾਨਾਂ ਨੇ ਆਪੋ ਵਿੱਚ ਗੱਲਾਂ ਸ਼ੁਰੂ ਕਰ ਦਿੱਤੀਆਂ, ਆ ਹੋ ਗਿਆ। ਉਹ ਕੰਨ ਜਿਹੜੀ ਸੀ ਕੰਨਵਾਜ਼ ਸੀ, ਇੱਕ ਛੋਟੀ ਜਿਹੀ ਖਬਰ ਉਹ ਸਾਰੀ ਯੂਨਿਟ ਦੇ ਵਿੱਚ ਅੱਗ ਵਾਂਗ ਫੈਲ ਗਈ। ਕਤਲੋਗਾਰ ਧੁੰਦਾ ਵਾ, ਇਹਨੂੰ ਆਪਾਂ ਮਤਲਬ ਦੰਗੇ ਨਹੀਂ ਕਹਿ ਸਕਦੇ, ਇਹਨੂੰ ਨਸਲ ਕੁਸ਼ੀ ਦਾ ਆਪਾਂ ਮਤਲਬ ਨਾਂ ਦਿਆਂਗੇ। ਸਾਨੂੰ ਸਿਵਲ ਜੇਲ੍ਹ ਹੋਈ ਹੈ, ਮੈਨੂੰ ਉਹਦੇ ਵਿੱਚ 14 ਸਾਲ ਸਜ਼ਾ ਹੋਈ ਹੈ, ਜਿਹੜੀ ਮੈਂ ਪੰਜਾਬ ਦੀਆਂ ਔਰ ਰਾਜਸਥਾਨ ਦੀਆਂ ਜੇਲ੍ਹਾਂ ਦੇ ਵਿੱਚ ਕੱਟੀ ਹੈ। ਅਤੇ ਸਾਨੂੰ ਇੰਨਾ ਵੀ ਉਸ ਟਾਈਮ 'ਤੇ ਵੀ ਉੱਠਦਿਆਂ ਸਾਰ ਸਵੇਰੇ 7 ਤਰੀਕ ਨੂੰ ਵੀ ਬਿਜੀ ਕਰ ਦਿੱਤਾ ਗਿਆ ਸੀ ਅਤੇ ਸਾਨੂੰ ਜਿਹੜੀ ਯੂਨਿਟਾਂ ਦੇ ਵਿੱਚ ਆਮ ਟ੍ਰੇਨਿੰਗ ਚੱਲਦੀ ਆ ਉਹਦੇ ਵਿੱਚ ਬਿਠਾ ਦਿੱਤਾ ਗਿਆ ਕਿ ਤਾਂ ਕਿ ਇਹਨਾਂ ਨੂੰ ਆਪਸ ਵਿੱਚ ਬਹਿ ਕੇ ਕੋਈ ਇਹਨਾਂ ਨੂੰ ਗੱਲ ਦਾ ਪਤਾ ਨਾ ਲੱਗੇ। ਪੰਜਾਬ ਦੇ ਰੇਡੀਓ ਨੂੰ ਕੱਢਿਆ ਤੇ ਉਹ ਕੰਨ ਨੂੰ ਲਾ ਕੇ ਸੁਣਨ ਲੱਗ ਪਿਆ। ਜਦੋਂ ਹੀ ਮਾਰਟਰੀ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਮੁਕੰਮਲ ਕਬਜ਼ਾ ਕਰ ਲਿਆ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਇਆ ਦੀਆਂ ਲਾਸ਼ਾਂ, ਜਨਰਲ ਸ਼ਬੀਰ ਸਿੰਘ, ਬਾਬਾ 18 ਸਿੰਘ, ਭਾਈ ਮਰੀਕ ਸਿੰਘ ਦੀਆਂ ਲਾਸ਼ਾਂ ਅਕਾਲ ਤਖ਼ਤ ਸਾਹਮਣੇ ਜਿਹੜੀਆਂ ਉਹ ਬਰਾਮਦ ਹੋ ਚੁੱਕੀਆਂ। 90 ਤੱਕ ਅਸੀਂ 309 ਧਰਮੀ ਫੌਜੀ, ਜਿਨ੍ਹਾਂ ਦੇ ਵਿੱਚੋਂ 49 ਬੰਦੇ ਸਾਡੇ ਸ਼ਹੀਦ ਹੋ ਗਏ। ਦਿੱਲੀ ਦੰਗਿਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਪ੍ਰੀ ਪਲਾਨ ਪ੍ਰੋਗਰਾਮ ਹੋਇਆ 2 ਦਿਨ ਪਹਿਲਾਂ, ਇੰਦਰਾ ਗਾਂਧੀ ਦੀ ਡੈਥ ਜਿਹੜੀ ਉਹ 31 ਅਕਤੂਬਰ ਨੂੰ ਹੁੰਦੀ ਹੈ, ਸੁਬਾਹ 10 ਵਜੇ ਦੇ ਕਰੀਬ। ਅਸੀਂ ਕੀਤਾ, ਅਸੀਂ ਆਪਣੇ ਧਰਮ ਲਈ ਕੀਤਾ, ਅਸੀਂ ਨੌਕਰੀਆਂ ਛੱਡੀਆਂ ਆਪਣੇ ਧਰਮ ਲਈ ਹੈਗੀਆਂ। ਇਹ ਕੰਮ ਕਰਨ ਦੇ ਨਾਲ ਉਹ ਜਿਹੜੇ ਆਰਡਰ ਸੀ ਉਹ ਕੈਂਸਲ ਹੋ ਗਏ। ਦਰਬਾਰ ਸਾਹਿਬ 'ਤੇ ਜੋ ਹੋਣਾ ਸੀ ਉਹ ਹੋ ਚੁੱਕਾ ਸੀ। ਕਿਉਂਕਿ ਸਾਡਾ ਪਰਿਵਾਰ ਤੋਂ ਥੋੜ੍ਹਾ ਜਿਹਾ ਪਿਛੋਕੜ ਜਿਹੜਾ ਸੰਤਾਂ ਦੇ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜੇ ਉਹ ਸੰਤ ਸ਼ਹੀਦ ਹੋ ਗਏ ਆ ਤੇ ਸ਼ਾਇਦ ਸਾਡੇ ਪਰਿਵਾਰਕ ਮੈਂਬਰ ਵੀ ਉੱਥੇ ਹੋਣਗੇ ਤੇ ਵੀ ਸ਼ਹੀਦ ਹੋ ਗਏ। ਤਰਲੋਚਨ ਸਿੰਘ ਮਾਨੋ ਚਾਹਲ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਸਾਥੀ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੇ ਛੋਟੇ ਭਰਾ ਹਨ। ਸਾਕਾ ਨੀਲਾ ਤਾਰਾ 1984 ਵੇਲੇ ਉਹ 9 ਸਿੱਖ ਬਟਾਲੀਅਨ ਵਿੱਚ ਤੈਨਾਤ ਸਨ। BBC ਤੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਖਬਰ ਸੁਣੀ ਤਾਂ ਧਰਮੀ ਫੌਜੀ ਫੌਜ ਦੀ ਨੌਕਰੀ ਨੂੰ ਲੱਤ ਮਾਰ ਸ੍ਰੀ ਦਰਬਾਰ ਸਾਹਿਬ ਨੂੰ ਬਚਾਉਣ ਲਈ ਬੈਰਕਾਂ ਵਿੱਚੋਂ ਨਿਕਲ ਤੁਰੇ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ, ਅਸੀਂ ਉਸ ਟਾਈਮ ਦੇ ਉੱਤੇ ਲਾਲਗੜ੍ਹ ਜੱਟਾਂ ਗੰਗਾਨਗਰ ਰਾਜਸਥਾਨ ਦੇ ਵਿੱਚ ਆਉਣ ਵਾਲੀ ਸੀ। ਉਹ 30 ਮਈ ਤੋਂ ਲੈ ਕੇ ਸਾਨੂੰ 6 ਜੂਨ ਰਾਤ 10 ਵਜੇ ਤੱਕ ਜਿਹੜੀ ਆ ਭਾਰਤੀ ਫੌਜ ਦੇ ਅਫਸਰਾਂ ਨੇ ਸਾਨੂੰ ਇੰਨਾ ਬਿਜੀ ਰੱਖਿਆ ਕਿ ਇਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਕਦੀ ਜੈਸਲਮੇਰ ਲੈ ਗਏ, ਕਦੀ ਬੀਕਾਨੇਰ ਲੈ ਗਏ, ਕਦੀ ਆਰਐਸਪੁਰਾ, ਗੜਸਿੰਘਪੁਰਾ, ਛਤਰਗੜ੍ਹ ਵਗੈਰਾ ਵੱਖ-ਵੱਖ ਰਾਜਸਥਾਨ ਦੇ ਇਲਾਕਿਆਂ 'ਚ ਘੁਮਾਉਂਦੇ ਰਹੇ। 6 ਤਰੀਕ ਰਾਤ 10 ਵਜੇ ਰਾਤ ਜਿਹੜੇ 6 ਤਰੀਕ ਨੂੰ ਅਸੀਂ ਮਤਲਬ ਰਾਤ 10 ਵਜੇ ਵਾਪਸ ਆਏ ਹਾਂ, ਤਦ ਤੱਕ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਜਿਹੜਾ ਸੀ ਉਹ ਕੰਪਲੀਟ ਹੋ ਚੁੱਕਾ ਸੀ। ਸਾਨੂੰ ਇਹ ਖਬਰਾਂ ਜਿਹੜੀਆਂ 7 ਤਰੀਕ ਸਵੇਰੇ 6:40 ਤੇ BBC ਲੰਡਨ ਦੀਆਂ ਖਬਰਾਂ ਤੋਂ ਮਾਰਕਟਲੀ ਦੀ ਰਿਪੋਰਟ ਤੋਂ ਮਿਲਿਆ। ਉਸ ਟਾਈਮ 'ਤੇ ਸਾਨੂੰ ਇੰਨਾ ਵੀ ਉਸ ਟਾਈਮ 'ਤੇ ਉੱਠਦਿਆਂ ਸਾਰ ਸਵੇਰੇ 7 ਤਰੀਕ ਨੂੰ ਵੀ ਬਿਜੀ ਕਰ ਦਿੱਤਾ ਗਿਆ ਸੀ ਅਤੇ ਸਾਨੂੰ ਜਿਹੜੀ ਯੂਨਿਟਾਂ ਦੇ ਵਿੱਚ ਆਮ ਟ੍ਰੇਨਿੰਗ ਚੱਲਦੀ ਆ ਉਹਦੇ ਵਿੱਚ ਬਿਠਾ ਦਿੱਤਾ ਗਿਆ ਕਿ ਤਾਂ ਕਿ ਇਹਨਾਂ ਨੂੰ ਆਪਸ ਵਿੱਚ ਬਹਿ ਕੇ ਕੋਈ ਇਹਨਾਂ ਨੂੰ ਗੱਲ ਦਾ ਪਤਾ ਨਾ ਲੱਗੇ। ਪੰਜਾਬ ਦੇ ਇਹ ਉੱਥੇ ਸਾਡੇ ਅਸੀਂ ਟ੍ਰੇਨਿੰਗ ਕਰ ਰਹੇ ਸੀ। ਟ੍ਰੇਨਿੰਗ ਦੇ ਵਿੱਚ ਸਾਡੇ ਸੂਬੇਦਾਰ ਅਵਤਾਰ ਸਿੰਘ ਸੀ, ਉਹਦੇ ਕੋਲ ਸੀਗਾ ਆਪਣਾ ਰੇਡੀਓ ਸੀਗਾ, ਉਹਨੇ ਆਪਣੇ ਰੇਡੀਓ ਨੂੰ ਕੱਢਿਆ ਤੇ ਉਹ ਕੰਨ ਨੂੰ ਲਾ ਕੇ ਸੁਣਨ ਲੱਗ ਪਿਆ। ਜਦੋਂ ਹੀ ਮਾਰਟਰੀ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਮੁਕੰਮਲ ਕਬਜ਼ਾ ਕਰ ਲਿਆ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਇਆ ਦੀਆਂ ਲਾਸ਼ਾਂ,
ਜਨਰਲ ਸ਼ਬੀਰ ਸਿੰਘ, ਬਾਬਾ 18 ਸਿੰਘ, ਭਾਈ ਮਰੀਕ ਸਿੰਘ ਦੀਆਂ ਲਾਸ਼ਾਂ ਅਕਾਲ ਤਖਤ ਸਾਹਮਣੇ ਜਿਹੜੀਆਂ ਉਹ ਬਰਾਮਦ ਹੋ ਚੁੱਕੀਆਂ। ਤੇ ਭਾਰਤੀ ਫੌਜ ਦਾ ਦਰਬਾਰ ਸਾਹਿਬ ਦੇ ਉੱਤੇ ਮੁਕੰਮਲ ਕਬਜ਼ਾ ਅਕਾਲ ਤਖਤ ਸਾਹਿਬ ਢਹਿ ਵੀ ਕਰਤਾ। ਤੇ ਉਹ ਗੁੱਸੇ ਵਿੱਚ ਆਇਆ ਇੱਕਦਮ ਭਾਰਤੀ ਸਰਕਾਰ ਨੂੰ ਜਿਹੜਾ ਉਹ ਗਾਲਾਂ ਕੱਢਣ ਲੱਗ ਪਿਆ। ਤੇ ਜਿਹੜਾ ਰੇਡੀਓ ਸੀ ਉਹਦੇ ਹੱਥ 'ਚ ਉਹਨੇ ਭਾਂ ਕੇ ਰੇਤ ਦੇ ਵਿੱਚ ਮਾਰਿਆ, ਕਿਉਂਕਿ ਰਾਜਸਥਾਨ ਦੇ ਵੀ ਰੇਤਾ ਹੀ ਆ ਉੱਤੇ ਬਣਿਆ। ਤੋ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਹੈ। ਫਿਰ ਉਹਨੇ ਸਾਨੂੰ ਪਹਿਲਾਂ ਵੀ ਸ਼ਾਇਦ ਉਹਨਾਂ ਨੂੰ ਪਤਾ ਸੀਗਾ ਕਿਉਂਕਿ ਉਹਨਾਂ ਕੋਲ ਰੇਡੀਓ ਸੀ, ਪਰ ਉਹ ਜਵਾਨਾਂ ਤੱਕ ਦੱਸਣ ਨਹੀਂ ਗਏ। ਪਰ ਜਦੋਂ ਹੀ ਉਹਨਾਂ ਨੇ ਸਾਨੂੰ ਦੱਸਿਆ ਤਾਂ ਸਾਡੇ ਮਨ ਦੇ ਵਿੱਚ ਇੱਕ ਬੜਾ ਇਹੋ ਜਿਹਾ ਰੋਹ ਪੈਦਾ ਹੋ ਗਿਆ ਕਿ ਜਿਵੇਂ ਪਰਿਵਾਰ ਦੇ ਜੀਵ ਘਰ ਵਿੱਚ ਮਰ ਜਾਂਦਾ ਹੈ। ਇਸੇ ਚੀਜ਼ ਨੂੰ ਲੈ ਕੇ ਮੁੜ ਕੇ ਅਸੀਂ ਮਤਲਬ ਜਿਹੜੀ ਆ ਉਹ ਆਪਣੇ ਚੱਲਦੀ ਰਹੀ। ਇਸ ਤੋਂ ਬਾਅਦ ਦੇ ਵਿੱਚ ਸਾਡਾ ਫਿਰ ਜਿੱਦਾਂ ਵੀ ਹੋਇਆ ਉਹ ਬ੍ਰੇਕਫਾਸਟ ਦਾ ਟਾਈਮ ਸੀ। ਬ੍ਰੇਕਫਾਸਟ ਦੇ ਉੱਤੇ ਜਦੋਂ ਗਏ ਆ ਉਹਦੇ ਵਿੱਚ ਸਾਰੇ ਜਵਾਨਾਂ ਨੇ ਆਪੋ 'ਚ ਗੱਲਾਂ ਜਿਹਨੂੰ ਕਹਿੰਦੇ ਆ ਹੋ ਗਿਆ ਹੋ ਗਿਆ। ਉਹ ਕੰਨ ਜਿਹੜੀ ਸੀ ਕੰਨਵਾਜ਼ ਸੀ ਇੱਕ ਛੋਟੀ ਜਿਹੀ ਖਬਰ ਉਹ ਸਾਰੀ ਜ਼ੋਨ ਦੇ ਵਿੱਚ ਅੱਗ ਵਾਂਗ ਫੈਲ ਗਈ। ਉਸ ਤੋਂ ਬਾਅਦ ਦੇ ਵਿੱਚ ਜਵਾਨਾਂ ਦੇ ਵਿੱਚ ਇੰਨਾ ਰੋਹ ਹੋ ਗਿਆ, ਕਿਸੇ ਨੇ ਬ੍ਰੇਕਫਾਸਟ ਕੀਤੀ, ਕਿਸੇ ਨੇ ਨਹੀਂ ਕੀਤੀ, ਤੇ ਸਾਰੇ ਗੁੱਸੇ ਦੇ ਵਿੱਚ ਭਰੇ ਪਏ ਸੀ। ਇਸ ਤੋਂ ਬਾਅਦ ਦੇ ਵਿੱਚ ਮੇਰੀ ਫੈਮਿਲੀ ਉੱਥੇ ਮੇਰੇ ਨਾਲ ਸੀ, ਬੱਚੇ ਮੇਰੇ ਨਾਲ ਸੀ। ਮੈਂ ਵੀ ਕੁਆਟਰ ਚਲਾ ਗਿਆ। ਕੁਆਟਰ ਜਦ ਮੈਂ ਗਿਆ ਤਾਂ ਮੇਰੀ ਜਿਹੜੀ ਮਿਸਰ ਸੀ ਉਹ ਰੇਡੀਓ ਤੋਂ ਖਬਰ ਸੁਣ ਕੇ ਤਾਂ ਉਹ ਹੀ ਰੋ ਰਹੀ ਸੀ। ਜਦ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਉਹਨਾਂ ਮੈਨੂੰ ਸੰਤਾਂ ਬਾਰੇ ਸਾਰੀ ਉਹ ਖਬਰ ਜਿੱਦਾਂ ਆਈ ਸੀ ਉਹਨਾਂ ਦੱਸੀ। ਅਤੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ। ਮੈਂ ਕਿਹਾ ਵੀ ਇੱਦਾਂ ਹੀ ਅਫਵਾਹ ਹੁੰਦੀਆਂ ਫੌਜ ਦੇ ਵਿੱਚ ਜਦੋਂ ਇਹੋ ਜਿਹੀ ਲੜਾਈਆਂ ਚੱਲਣ ਅਤੇ ਅਫਵਾਹਾਂ ਇੱਕ ਹੁੰਦੀ ਹੈ, ਇਹ ਕੋਈ ਜ਼ਿਆਦਾ ਨਹੀਂ ਕਰੀਦਾ ਕਿਉਂਕਿ ਸਾਡਾ ਪਰਿਵਾਰ ਤੋਂ ਥੋੜ੍ਹਾ ਜਿਹਾ ਪਿਛੋਕੜ ਜਿਹੜਾ ਸੰਤਾਂ ਦੇ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜੇ ਉਹ ਸੰਤ ਸ਼ਹੀਦ ਹੋ ਗਿਆ ਤੇ ਸ਼ਾਇਦ ਸਾਡੇ ਪਰਿਵਾਰਕ ਮੈਂਬਰ ਵੀ ਉੱਥੇ ਹੋਣਗੇ ਤੇ ਉਹ ਵੀ ਸ਼ਹੀਦ ਹੋ ਗਏ। ਉਸ ਦੌਰ ਨੂੰ ਯਾਦ ਕਰਦੇ ਹਨ ਕਿ ਹਮਲੇ ਦੀ ਖਬਰ ਸੁਣਦਿਆਂ ਹੀ ਫੌਜ ਵਿੱਚ ਸਿੱਖ ਜਵਾਨ ਗੁੱਸੇ ਨਾਲ ਭਰ ਗਏ। ਉਹਨਾਂ ਦਾ ਕਹਿਣਾ ਹੈ ਕਿ ਅੰਦਰ ਖਾਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। 400 ਦੇ ਕਰੀਬ ਅਸੀਂ ਜਵਾਨਾਂ ਨੇ ਫੌਜੀ ਗੱਡੀਆਂ ਦੇ ਅਸਲੇ ਸਮੇਤ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਉਹ ਦੱਸਦੇ ਹਨ ਕਿ ਅਸੀਂ ਕਿਵੇਂ ਅਸਲੇ ਸਮੇਤ ਦਰਬਾਰ ਸਾਹਿਬ ਵੱਲ ਨਿਕਲ ਪਏ। ਰਸਤੇ ਵਿੱਚ ਫੌਜ ਨਾਲ ਮੁਕਾਬਲਾ ਹੋਇਆ ਤਾਂ ਕਈ ਸਿੱਖ ਫੌਜੀ ਇਸ ਦੌਰਾਨ ਸ਼ਹੀਦ ਵੀ ਹੋਏ ਅਤੇ ਕਈ ਗ੍ਰਿਫਤਾਰ ਕਰ ਲਏ ਗਏ। ਉਹ ਵੀ ਉਹਨਾਂ ਗ੍ਰਿਫਤਾਰ ਸਿੰਘਾਂ ਵਿੱਚੋਂ ਸਨ ਅਤੇ ਲੰਬਾ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਰਿਹਾ ਹੋਏ। ਸਾਰਾ ਦਿਨ ਮੈਂ ਹੀ ਜੂਨ ਦੇ ਵਿੱਚ ਆਪੋ ਵਿੱਚ ਮੀਟਿੰਗਾਂ ਕਰਦੇ ਰਹੇ। ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਮੀਟਿੰਗਾਂ ਹੁੰਦੀਆਂ ਰਹੀਆਂ ਵੀ ਕੀ ਕੀਤਾ ਜਾਵੇ। ਇੱਕ ਦੂਜੇ ਨੂੰ ਪੁੱਛੇ, ਦੂਜਾ ਦੂਜੇ ਨੂੰ ਪੁੱਛੇ। ਸਾਡੇ ਵਿੱਚ ਹੌਲਦਾਰ ਸੀ ਗਿਆਨ ਸਿੰਘ, ਉਹਨੂੰ ਦੌੜੀਆਂ ਕਰਕੇ ਕਹਿੰਦੇ ਸੀ, ਜਲੰਧਰ ਜਿਹੜੇ ਨਾਲ ਅੱਜ ਕੱਲ੍ਹ ਉਹ ਇਸ ਦੁਨੀਆ ਦੇ ਨਹੀਂ ਰਹੇ, ਟਿਕਾਣਾ ਕਰ ਚੁੱਕੇ। ਉਹਨਾਂ ਨੇ ਸਾਨੂੰ ਕਿਹਾ ਹੋਏ ਆਪਣਾ ਨਰੜ ਗਿਆਨੀਓ ਅਸੀਂ 500 ਬੰਦੇ, ਇਹਦਾ ਮਤਲਬ ਜਿਹੜੇ ਸੀਗੇ ਜਸਪਾਲ ਸਿੰਘ ਸੀ, ਯੋਰਾ ਸਿੰਘ ਸੀ, ਯੋਗਾ ਸਿੰਘ ਸੀ, ਬਾਬੂ ਸਿੰਘ ਸੀ। ਅਸੀਂ 500 ਬੰਦੇ ਖਲੋਤੇ ਗੱਲਾਂ ਕਰ ਰਹੇ ਸੀ ਕਿ ਅਸੀਂ ਸਾਰੇ ਅੰਮ੍ਰਿਤਧਾਰੀ ਸੀ। ਉਹਨੇ ਸਾਨੂੰ ਕਿਹਾ ਨਰੜ ਗਿਆਨੀਓ ਗੁਰਦੁਆਰੇ ਦਾ ਸਾਰਾ ਪ੍ਰਸ਼ਾਦ ਖਾ ਗਏ ਜੀ, ਅੱਜ ਲੋੜ ਪਈ ਆ ਤੁਸੀਂ ਕੀ ਕਰਨ ਡਏ, ਕੁਛ ਕਰੋ। ਅਸੀਂ ਉਹਨਾਂ ਨੂੰ ਕਿਹਾ ਮੇਜਰ ਅਸੀਂ ਇਕੱਲੇ ਕੀ ਕਰ ਸਕਦੇ ਹਾਂ, ਅਸੀਂ ਇਕੱਲੇ ਕੀ ਕਰ ਸਕਦੇ ਹਾਂ। ਉਹ ਕਹਿੰਦਾ ਅਸੀਂ ਵੀ ਤੁਹਾਡੇ ਨਾਲ। ਇਸੇ ਤਰ੍ਹਾਂ ਮੁੜ ਕੇ ਚੱਲਦਾ ਰਿਹਾ ਕੰਮ, ਮੀਟਿੰਗਾਂ ਹੁੰਦੀਆਂ ਰਹੀਆਂ। ਸਾਡੀ ਕੰਪਨੀ ਦੀ ਜਿਹੜੀ ਗਾਰਡ ਸੀ ਉਹ ਕੁਆਟਰ ਗਾਰਡ ਲੱਗਣੀ ਸੀ ਜਿੱਥੇ ਹਥਿਆਰ ਵਗੈਰਾ ਰੱਖੇ ਹੋਏ ਸੀ। ਹਥਿਆਰ ਸਾਰੀਆਂ ਕੰਪਨੀਆਂ ਦੇ ਹਥਿਆਰ ਉੱਤੇ ਕੁਆਟਰ ਗਾਰਡ ਦੇ ਵਿੱਚ ਹੁੰਦੇ। ਉਹ ਹੌਲਦਾਰ ਗਿਆਨ ਸਿੰਘ ਮੈਨੂੰ ਕਹਿੰਦਾ ਮੇਰੀ ਡਿਊਟੀ ਜਿਹੜੀ ਉਹ ਕੁਆਟਰ ਗਾਰਡ ਲਾਓ। ਮੈਂ ਉਸ ਦਿਨ ਮੇਰੇ ਕੋਲ ਉਸ ਦਿਨ ਨਹੀਂ, ਉਸ ਤੋਂ 5-7 ਦਿਨ ਪਹਿਲਾਂ ਮੇਰੇ ਕੋਲ ਜਿਹੜਾ ਡਿਊਟੀਆਂ ਲਾਉਣ ਦਾ ਚਾਰਜ ਸੀ, ਮੁੰਡਾ ਡਿਊਟੀ ਦਾ ਛੁੱਟੀ ਗਿਆ ਸੀ। ਉਹ ਮੈਂ ਡਿਊਟੀਆਂ ਜਦੋਂ ਮਤਲਬ ਲਾਈਆਂ ਉਹ ਗਿਆਨ ਸਿੰਘ ਨੇ 96 ਬੰਦੇ 94 ਬੰਦੇ ਜਿਹਦੇ 'ਚ ਇੱਕ ਨਾਇਕ ਰਣਵੀਰ ਸਿੰਘ ਉਹਨੂੰ ਆਪਣੇ ਨਾਲ 2IC ਲਾ ਲਿਆ ਅਤੇ ਬਾਕੀ ਜਿਹੜੇ 7 ਸਿਪਾਹੀ ਮੈਨੂੰ ਦੇ ਦਿੱਤੇ ਕਿਉਂਕਿ 6 ਸਿਪਾਹੀ ਉਹਨਾਂ ਡਿਊਟੀ ਲੈਣੇ, 2 NCO ਸੀ, 8 ਤੇ ਨਵਾਂ ਬੰਦਾ ਜਿਹੜਾ ਉਹ ਸੀ ਉਹਦਾ ਅਖਰੀ ਨਿਕਲਦਾ ਇੱਕ ਘਰ ਦੇ ਵਿੱਚ। ਡਿਊਟੀਆਂ ਲੱਗੀਆਂ। ਡਿਊਟੀਆਂ ਲੱਗਣ ਤੋਂ ਬਾਅਦ ਦੇ ਵਿੱਚ ਬਰੇਵੋ ਕੰਪਨੀ ਦੀ ਜਿਹੜੀ ਡਿਊਟੀ ਸੀ ਉਹ ਜਸਪਾਲ ਸਿੰਘ ਨੇ ਕਰਨੀ ਸੀ। ਉਹ ਵੀ ਸਾਡੇ ਕੋਲ ਨਾਲ ਸੀਗਾ ਅਤੇ ਜਸਪਾਲ ਸਿੰਘ ਨੇ ਵੀ ਉਹ ਵਲੰਟੀਅਰ ਬੰਦੇ ਸੀ ਜਿਹੜੇ ਉਹ ਅਮਨੀਸ਼ਨ ਦੇ ਉੱਤੇ ਲਾਤੇ। ਬਰੇਵੋ ਕੰਪਨੀ ਦੀ ਜਿਹੜੀ ਡਿਊਟੀ ਉਹ ਅਮਨੀਸ਼ਨ ਦੀ ਸੀ। ਉਹਦੇ ਨਾਲ ਮੁੜ ਕੇ ਜਿਹੜੇ ਨਾਈਟ ਵਾਲੇ ਬੰਦੇ ਸੀਗੇ ਉਹ ਕੁਛ ਚਾਰਲੀ ਕੰਪਨੀ ਦੇ ਉਹ ਹੀ ਬੰਦੇ, ਮਤਲਬ ਗੱਲ ਕਰਦੀ ਗਈ ਸਾਰੀਆਂ ਡਿਊਟੀਆਂ ਦੇ ਉੱਤੇ ਸਿਲੈਕਟਡ ਬੰਦੇ ਹੀ ਲਾਏ ਗਏ ਜਿਹੜੇ ਮਤਲਬ ਇਸ ਚੀਜ਼ ਦੇ ਨਾਲ ਸੰਬੰਧਿਤ ਸੀ, ਜਿਹੜੇ ਮਤਲਬ ਜਿਹੜੇ ਸਪੋਰਟ ਕਰਦੇ ਸੀ।
ਇੱਦਾਂ ਕਰਦਿਆਂ ਸਾਨੂੰ ਸ਼ਾਮ ਮੀਟਿੰਗਾਂ ਕਰਦੇ ਰਹੇ। ਮੀਟਿੰਗਾਂ ਦੇ ਵਿੱਚ ਬੰਦਿਆਂ ਦੀ ਗਿਣਤੀ ਵੱਧਦੀ ਗਈ, ਕੋਈ 40 ਹੋਵੇ, 50 ਹੋਵੇ, 100 ਹੋਵੇ, 200 ਤੱਕ ਚਲੇ ਗਈ। ਦੁਪਹਿਰ 2:30 ਵਜੇ ਤੱਕ ਸਾਨੂੰ 200-250 ਬੰਦੇ ਦੀ ਉਮੀਦ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਸ਼ਾਮ 5 ਵਜੇ ਅਸੀਂ ਮਤਲਬ ਇਹ ਸੋਚ ਲਿਆ ਕਿ ਹੁਣ ਸਾਰਾ ਕੁਛ ਮਿਸ਼ਨ ਦੀ ਵੀ ਬੰਦੋਬਸਤ ਕਰ ਲਿਆ, ਹਥਿਆਰਾਂ ਦਾ ਵੀ ਬੰਦੋਬਸਤ ਕਰ ਲਿਆ, ਜਾਣਾ ਕਾਹਦੇ ਜਾਣ ਵਾਸਤੇ ਇੱਕ ਐਮਟੀ ਹੋਲਡਰ ਸਾਡੇ ਗੁਰਮੇਜ ਸਿੰਘ ਸੀ, ਉਹ ਵੀ ਫਤਿਆਬਾਦ ਦਾ ਦਰੰਗਾਬਾਦ ਉਹਦਾ ਪਿੰਡ ਹੈ। ਇੱਥੇ ਉਹ ਰਹਿੰਦਾ ਸੀ, ਉਹ ਵੀ ਅੱਜ ਕੱਲ੍ਹ ਇਸ ਦੁਨੀਆ 'ਤੇ ਨਹੀਂ ਹੈ, ਚੱਲ ਵਸਿਆ ਹੈਗਾ। ਅਤੇ ਉਹਦੇ ਕੋਲ ਅਸੀਂ ਗਏ, ਉਹ ਐਮਟੀ ਹੋਲਡਰ ਸੀ, ਉਹਦੇ ਕੋਲ ਮਕੈਨੀਕਲ ਟਰਾਂਸਪੋਰਟ ਜਿਹੜੀ ਸਾਰੀ ਉਹਦੀ ਜ਼ਿੰਮੇਵਾਰੀ ਹੈ। ਅਸੀਂ ਉਹਨੂੰ ਜਾ ਕੇ ਅਕਾਲ ਤਖ਼ਤ ਸਾਹਿਬ ਦਾ ਵਾਸਤਾ ਪਾਇਆ, ਸਿੱਖ ਕੌਮ ਦਾ ਵਾਸਤਾ ਪਾਇਆ, ਪਰ ਉਹ ਹੈਗਾ ਸੀਗਾ ਰਾਧਾ ਸਵਾਮੀ ਨਾਲ ਸੰਬੰਧ ਰੱਖਦਾ, ਪਰ ਫਿਰ ਵੀ ਉਹ ਜਦੋਂ ਅਸੀਂ ਉਹਨੂੰ ਵਾਸਤਾ ਪਾਇਆ, ਪਰ ਉਸ ਬੰਦੇ ਨੇ ਉਸ ਟਾਈਮ 'ਤੇ ਸਾਡੀ ਮੰਨ ਕੇ ਅਤੇ ਉਹਨੇ ਸਾਰੀ ਪਲਟੂਨ ਨੂੰ ਬਾਹਰ ਕੱਢ ਲਿਆ, ਡਰਾਈਵਰਾਂ ਨੂੰ, ਜਿਹੜੀ ਡਰਾਈਵਰਾਂ ਦੀ ਪਲਟੂਨ ਸੀ ਸਾਰਿਆਂ ਉਹਨਾਂ ਨੂੰ ਬਾਹਰ ਕੱਢ ਲਿਆ। ਕੱਢਣ ਤੋਂ ਬਾਅਦ ਦੇ ਵਿੱਚ ਉਹਨੇ ਇੱਕ ਲੀਕ ਕੀਤੀ ਬਾਬਾ ਦੀਪ ਸਿੰਘ ਵਾਲੀ, ਜਿਹੜੀ ਕਿਸੇ ਟਾਈਮ 'ਤੇ ਬਾਬਾ ਦੀਪ ਸਿੰਘ ਨੇ ਲੀਕ ਕੀਤੀ ਵੀ ਜਿਹਨੇ ਅੰਮ੍ਰਿਤਸਰ ਜਾਣਾ ਹੋਏ ਲੀਕ ਦਾ। ਉਹਨੇ ਕਿਹਾ ਜਿਹਨੇ ਅੰਮ੍ਰਿਤਸਰ ਜਾਣਾ ਉਹ ਐਲੈਂਡ ਤੋਂ ਪਾਰ ਹੋ ਜਾਓ, ਜਿਹਨੇ ਨਹੀਂ ਜਾਣਾ ਡਰਾਈਵਰਾਂ ਨੂੰ ਕਿਹਾ। ਸਭ ਤੋਂ ਪਹਿਲਾਂ ਉਹਨੇ ਆਪ ਪੂਰੀ ਗੁਰਮੇਜ ਸਿੰਘ ਨੇ ਉਹ ਲੈਂਡ ਅਤੇ ਸਾਰੇ ਡਰਾਈਵਰ ਉਹ ਲੈਂਡ ਆ। ਉਸੇ ਵੇਲੇ ਉਹਨੇ ਡਰਾਈਵਰਾਂ ਨੂੰ ਆਰਡਰ ਕਰਤਾ ਆਪਾਂ ਨੂੰ ਚਾਬੀਆਂ ਲੈਣ ਦੀ ਕੋਈ ਲੋੜ ਨਹੀਂ, ਜਾ ਕੇ ਆਪਣੇ ਪੈਟਰੋਲ ਦਾ ਅਤੇ ਡੀਜ਼ਲ ਦੇ ਜਿੰਨੇ ਭਰ ਦਿਓ ਅਤੇ ਗੱਡੀਆਂ 'ਚ ਪੈਟਰੋਲ ਅਤੇ ਡੀਜ਼ਲ ਭਰ ਦਿਓ। ਉਸ ਤੋਂ ਬਾਅਦ ਇਹ ਤਾਂ ਮੀਟਿੰਗ ਜਾ ਕੇ ਫਿਰ ਅਸੀਂ ਵੀ ਇਹ ਸੋਚਿਆ ਵੀ ਇਹ ਕਹਿੰਦੇ ਸਿੱਖਾਂ ਦੇ 12 ਵਜੇ ਆ, ਅਸੀਂ ਇਹ ਪਲਾਨ ਬਣਾਇਆ ਕਿ ਰਾਤ ਨੂੰ 12 ਵਜੇ ਮਤਲਬ ਇਹ ਜਿਹੜਾ ਕੀਤਾ ਜਾਏਗਾ। ਪਰ ਉਹ ਵਿੱਚੋਂ ਕੋਈ 11:15 ਵਜੇ ਜਿਹੜੀ ਸਾਡੀ ਉਹ ਰਿਪੋਰਟ ਕਿਸੇ ਨੇ ਜਾ ਕੇ ਸੀਨੀਅਰ ਅਫਸਰ ਤੱਕ ਦੇ ਦਿੱਤੀ। ਉਹਦੇ ਵਿੱਚ ਚਾਰਲੀ ਕੰਪਨੀ ਦੇ ਵਿੱਚ ਜਿਹੜਾ ਕੰਮ ਫਿਰ ਹੋ ਗਿਆ, ਉਹਨਾਂ ਅਫਸਰਾਂ ਦੇ ਦਾਲੇ ਉਹਨਾਂ ਦੀ ਕੁੱਟਮਾਰ ਕਰਨੀ ਪਈ ਸਾਨੂੰ। ਉਸੇ ਟਾਈਮ ਸਾਨੂੰ ਮਤਲਬ ਹਥਿਆਰ ਅਤੇ ਅਸੀਂ ਜੇ ਗੱਡੀਆਂ ਦੇ ਨਾਲ ਹੀ ਇਸ਼ਾਰਾ ਦਿੱਤਾ ਸੀ ਕਿ ਜਦੋਂ ਅਸੀਂ ਜਗਾਰਾ ਛੱਡਾਂਗੇ ਗੁਰਦੁਆਰਾ ਸਾਹਿਬ ਤੋਂ, ਉਸੇ ਟਾਈਮ 'ਤੇ ਤੁਸੀਂ ਜਿਹੜੀਆਂ ਗੱਡੀਆਂ ਜੋੜ ਕੇ ਚਲਾ ਦਿਓ। ਵੱਖ-ਵੱਖ ਥਾਵਾਂ ਦੇ ਮਨੀਸ਼ਨ ਵਾਲੀਆਂ ਗੱਡੀਆਂ ਮਨੀਸ਼ਨ 'ਤੇ ਲਾ ਦੇਣੀਆਂ, ਹਥਿਆਰਾਂ ਵਾਲੀਆਂ ਗੱਡੀਆਂ ਹਥਿਆਰਾਂ 'ਤੇ ਲਾ ਦੇਣੀਆਂ ਹੈਗੀਆਂ। ਉਹ ਜਦੋਂ ਜਕਾਰਾ ਚਾਰਲੀ ਕੰਪਨੀ ਦੇ ਜੋ ਉਹਨਾਂ ਨੂੰ ਕੁੱਟਣ ਵਾਸਤੇ ਸਤਨਾਮ ਸਿੰਘ ਤੇ ਗੋਪਾਲ ਸਿੰਘ ਉਹਨਾਂ ਨੂੰ ਕੁੱਟਣ ਵਾਸਤੇ ਔਰ ਕਰਮ ਸਿੰਘ ਨੂੰ ਕੁੱਟਣ ਵਾਸਤੇ ਕੀਤਾ ਗਿਆ, ਜਕਾਰਾ ਛੱਡਿਆ ਗਿਆ। ਅਤੇ ਉਸੇ ਟਾਈਮ ਨੂੰ ਗੱਡੀਆਂ ਵੀ ਖਿਲ ਕੇ ਉਹਨਾਂ ਸਮਝਿਆ ਗੁਰਦੁਆਰਾ ਜਿਹੜਾ ਜਕਾਰਾ ਛੱਡਿਆ। ਉਹ ਫਿਰ ਗੱਡੀਆਂ ਦੇ ਮਨੀਸ਼ਨ ਨਹੀਂ ਲੱਗਿਆ ਗਿਆ, 3 ਗੱਡੀਆਂ ਮਨੀਸ਼ਨ ਦੀਆਂ ਲੱਗੀਆਂ। ਹਥਿਆਰ ਕੋਈ 560 ਹਥਿਆਰ ਹੋਏ ਸੀ, ਗਿਣ ਕੇ ਨਹੀਂ ਚੱਕੇ, ਤੱਬਿਆਂ ਨਾਲ ਚੱਕੇ ਸੀ। ਇਹ ਤਾਂ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇੰਨੇ ਹਥਿਆਰ ਸੀ ਜਦੋਂ ਸਾਡੀ ਗਿਣਤੀ ਮਿੱਟੀ ਜਾਂ ਸਾਨੂੰ ਸਜ਼ਾ ਹੋਣੀ। ਇਸ ਤਰ੍ਹਾਂ ਫਿਰ ਅਸੀਂ ਮਤਲਬ ਉੱਥੋਂ ਅਸੀਂ ਅਲੱਗ-ਅਲੱਗ ਥਾਵਾਂ ਦੇ ਉੱਤੇ ਸਾਡੇ ਜਵਾਨ ਜਿਹੜੇ ਮਤਲਬ ਜਿੱਦਾਂ ਕੁਛ ਤੇ ਉੱਥੋਂ ਨਿਕਲਦੇ ਸਾਧੂ ਵਾਲੀ ਜਿਹੜੇ ਮਤਲਬ ਲਾਸਟ ਬੰਦੇ ਰਹਿ ਗਏ ਸੀ, ਉਹਨਾਂ ਨੂੰ ਸਾਧੂ ਵਾਲੀ ਬੈਰੀਅਰ 'ਤੇ ਹੀ ਰੋਕਿਆ ਗਿਆ। ਅਤੇ ਉਹਨਾਂ ਕੋਲ ਤਾਂ ਸਿਰਫ ਗੱਡੀ ਵੀ ਕੋਈ ਨਹੀਂ, ਉਹ ਤਾਂ ਉੱਦਾਂ ਦੌੜਦੇ ਹੁੰਦੇ। ਅਤੇ ਆਖਰ ਉਹਨਾਂ ਨੇ ਪੰਜਾਬ ਆਪਣੇ ਹਰਿਆਣਾ ਰਾਜਸਥਾਨ ਪੁਲਿਸ ਦੀਆਂ 2 ਗੱਡੀਆਂ ਅਗਵਾ ਕੀਤੀਆਂ, ਉਹਨਾਂ ਦੇ ਬੰਦੇ ਵੀ ਨਾਲ ਅਗਵਾ ਕੀਤੇ। ਅਤੇ ਉਹ ਗੱਡੀਆਂ ਦੇ ਉੱਤੇ ਉਹ ਇੱਧਰ ਨੂੰ ਆ ਰਹੇ ਸੀ, ਅਤੇ ਉਹ ਫਿਰ ਉੱਥੇ ਰਾਜਸਥਾਨ ਬਾਰਡਰ ਦੇ ਉੱਤੇ ਰੁਕੇ। ਬਾਅਦ ਦੇ ਵਿੱਚ ਵੱਖ-ਵੱਖ ਤੋਂ ਦੱਸਣ ਦਿਆਂ ਤੁਹਾਨੂੰ ਵੀ ਲਾਸਟ ਸਾਡਾ ਜਿਹੜਾ ਕੁਛ ਬੰਦੇ ਸਾਡੇ ਅਬੋਹਰ ਮਲੋਟ ਰੋਡ 'ਤੇ ਮੁਕਾਬਲਾ ਹੋ ਗਿਆ। ਉੱਥੇ 13 ਬੰਦੇ ਸਾਡੇ ਸ਼ਹੀਦ ਹੋ ਗਏ ਅਤੇ 17 ਬੰਦੇ ਜ਼ਖਮੀ ਹੋ ਗਏ। ਉਸ ਤੋਂ ਬਾਅਦ ਕੁਛ ਗੱਡੀਆਂ ਸਾਡੀਆਂ ਮੁਕਤਸਰ ਆ ਕੇ ਟੈਂਕਾਂ ਦੇ ਆਪਣੇ ਗਰੁੱਪ 'ਚ ਫਸ ਗਈਆਂ। 2-3 ਗੱਡੀਆਂ ਸਾਡੀਆਂ ਉੱਥੇ ਮੁਕਤਸਰ ਫਸ ਗਈਆਂ। 214 ਬੰਦੇ ਹੀ ਮਤਲਬ ਜਿਹੜੇ ਉਹ ਗੰਗਾ ਨਗਰ ਤੱਕ ਆਪਣੇ ਮੋਗੇ ਦੇ ਲਾਗੇ ਕੋਟ ਸੇਖਾਂ ਆਪਣਾ ਕੀ ਹੈਗਾ ਕੋਟ ਸੁਖਿਆ ਪਿੰਡ, ਉੱਥੋਂ ਤੱਕ ਅਸੀਂ ਪਹੁੰਚ ਪਏ। ਉਸ ਤੋਂ ਬਾਅਦ ਸਾਨੂੰ ਉਹ ਗੱਲਬਾਤ ਚੱਲਦੀ ਰਹੀ। ਪਹਿਲਾਂ ਤਾਂ ਮਤਲਬ ਜਵਾਨ ਨਹੀਂ ਸੀ ਮੰਨਦੇ ਅਰੈਸਟ ਹੋਣ ਲਈ, ਪਰ ਉਹ ਜਿਹੜਾ ਅਫਸਰ ਨੂੰ ਸਾਨੂੰ ਜਿਹਦੇ ਨੇ ਘੇਰਾ ਪਾਇਆ ਸੀ, ਟੈਂਕਾਂ ਦੇ ਟੋਪਾਂ ਦਾ ਘੇਰਾ ਪਿਆ ਸੀਗਾ। ਉਸ ਤੋਂ ਬਾਅਦ ਇਸ ਤੋਂ ਪਹਿਲਾਂ ਸਾਡੇ ਏਅਰ ਅਟੈਕ ਵੀ 2 ਵਾਰੀਆਂ ਆਇਆ ਸੀ, ਪਰ ਏਅਰ ਅਟੈਕ ਉਹਨਾਂ ਉੱਥੋਂ ਮਤਲਬ ਨਹੀਂ ਬਿਮਾਰਮੈਂਟ ਨਹੀਂ ਕੀਤੀ। ਉਹਦਾ ਏਅਰ ਅਟੈਕ ਆਏ ਜਿਹੜੇ ਡੈਡ ਕਰਵਾਏ ਉਦੋਂ, ਅਤੇ ਜੇ ਬਿਮਾਰਮੈਂਟ ਹੋਣੀ ਹੁੰਦੀ ਹੈ, ਪਰ ਥੱਲੇ ਉਹ ਐਲਮੀਆਂ ਦੇ ਫੈਰ ਹੋਣ ਕਰਕੇ ਮੁੜ ਕੇ ਦੁਬਾਰਾ ਨਹੀਂ ਆਏ। ਅਤੇ ਇਸੇ ਤਰ੍ਹਾਂ ਮੁੜ ਕੇ ਚੱਲਦਾ ਰਿਹਾ। ਅਤੇ ਉਹ ਆਖਰ ਮੁੜ ਕੇ ਉਹਨਾਂ ਨਾਲ ਸਮਝੌਤਾ ਹੋ ਗਿਆ ਅਤੇ ਉਹਨੇ ਕਿਹਾ ਮੈਂ ਤੁਹਾਨੂੰ ਜੋੜ 'ਚ ਵਾਪਸ ਛੱਡ ਲਵਾਂਗਾ, ਜੋ ਤੁਹਾਂ ਕਰਨਾ ਉਹ ਕਰਤਾ, ਮੇਰਾ ਸਿਰ ਝੁਕਦਾ। ਉਹ ਵੀ ਇੱਕ ਮਤਲਬ ਜਿਹੜਾ ਉਹ ਜਨਰਲ ਸੀ ਜਾਂ ਕਿਸੇ ਨੂੰ ਪੱਕਾ ਨਹੀਂ ਚੇਤਾ ਨਹੀਂ ਗਾ। ਅਤੇ ਉਹਨਾਂ ਨੇ ਕਿਹਾ ਵੀ ਮੈਂ ਵੀ ਸਿੱਖ ਹੁੰਦਾ, ਅਸੀਂ ਅਫਸਰ ਹੁੰਦੇ ਕੱਖ ਨਹੀਂ ਕਰ ਸਕਦੇ, ਪਰ ਕੋਈ ਕਰ ਸਕੇ, ਪਰ ਤੁਹਾਂ ਜਵਾਨ ਹੋ ਗਏ ਉਹ ਕੰਮ ਕਰਤਾ ਜਿਹੜਾ ਮਤਲਬ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਕਿਉਂਕਿ 8 ਤਰੀਕ ਨੂੰ ਸਵੇਰੇ 4 ਵਜੇ ਇੱਕ ਆਪਰੇਸ਼ਨ ਵੁੱਡਰੋ ਹੋਣਾ ਸੀ,
ਜਿਹਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਜਾਣਾ ਸੀ। ਖਾਸ ਕਰਕੇ 3 ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ। ਉਹ ਆਰਡਰ ਜਿਹੜੇ ਸਾਡੇ ਭਗੌੜੇ ਹੋਣ ਦੇ ਨਾਲ ਜਾਂ ਸਾਡੀਆਂ ਬੈਠਕਾਂ ਜਾਂ ਰੋਸ ਛੱਡਣ ਨੂੰ ਕਹਿ ਲਓ, ਕੁਛ ਵੀ ਸਰਕਾਰ ਤੇ ਸਾਨੂੰ ਭਗੌੜੇ ਕਹਿੰਦੇ ਆ, ਪਰ ਉਹ ਸਾਡੇ ਰੋਸ ਹੋਵੇ ਇਹ ਕੰਮ ਕਰਨ ਦੇ ਨਾਲ ਉਹ ਜਿਹੜੇ ਆਰਡਰ ਸੀ ਉਹ ਕੈਂਸਲ ਹੋ ਗਏ। ਦਰਬਾਰ ਸਾਹਿਬ ਤੇ ਜੋ ਹੋਣਾ ਸੀ ਉਹ ਹੋ ਚੁੱਕਾ ਸੀ। ਉਸ ਤੋਂ ਬਾਅਦ ਵੀ ਸਾਡੇ ਅਸੀਂ ਤਕਰੀਬਨ 15 ਮਹੀਨੇ ਉਸ ਕੈਂਪ 'ਚ ਰਹੇ ਹਾਂ। ਸਾਡੇ ਚੱਲਦੀਆਂ ਰਹੀਆਂ ਇਨਕੁਆਇਰੀਆਂ ਚੱਲਦੀਆਂ ਰਹੀਆਂ, ਪਿੱਛੋਂ ਰਿਪੋਰਟਾਂ ਵੀ ਲਈਆਂ ਗਈਆਂ, ਪਰਿਵਾਰਕ ਰਿਪੋਰਟਾਂ ਵੀ ਲਈਆਂ, ਸੈਂਟਰ ਦੀਆਂ ਏਜੰਸੀਆਂ ਆ ਕੇ ਸਾਡੇ ਤੋਂ ਇਨਕੁਆਇਰੀ ਕਰਦੀਆਂ ਰਹੀਆਂ ਤੇ ਉਹਦੇ ਨਾਲ ਫਿਰ ਸਾਡੇ ਜਿਹੜੇ ਮਤਲਬ 56 ਬੰਦੇ ਜਿਹੜੇ ਸਾਨੂੰ ਸਿਵਲ ਜੇਲ੍ਹ ਹੋਈ, ਬਾਕੀ ਬੰਦਿਆਂ ਨੂੰ ਰੀਅਡਜਸਟਮੈਂਟ ਵੀ ਕੀਤਾ ਗਿਆ। ਇਹ ਧਰਮੀ ਫੌਜੀ ਕੌਮ ਦਾ ਸਰਮਾਇਆ ਹਨ, ਪਰ ਕੌਮ ਦੇ ਆਗੂਆਂ ਨੇ ਇਹਨਾਂ ਨੂੰ ਵਿਸਾਰ ਦਿੱਤਾ ਹੈ। ਜੇਲ੍ਹ 'ਚੋਂ ਰਿਹਾਈ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵੱਲੋਂ ਉਸ ਨੂੰ ਨੌਕਰੀ ਦੀ ਪੇਸ਼ਕਸ਼ ਹੋਈ ਸੀ, ਪਰ ਗੱਲ ਆਈ ਗਈ ਹੋ ਗਈ। ਨਾਲ ਹੀ ਉਹਨਾਂ ਦਾ ਨਸ਼ਹਿਰਾ ਪੰਨੂਆਂ ਦਾ ਪੁਸ਼ਤੈਨੀ ਮਕਾਨ ਪੁਲਿਸ ਚੌਂਕੀ ਵਜੋਂ ਹਾਲੇ ਵੀ ਵਰਤਿਆ ਜਾ ਰਿਹਾ ਹੈ। ਜਿਹੜੇ 56 ਬੰਦੇ ਸਾਨੂੰ ਸਿਵਲ ਜੇਲ੍ਹ ਹੋਈ ਹੈ, ਮੈਨੂੰ ਉਹਦੇ ਵਿੱਚ 14 ਸਾਲ ਸਜ਼ਾ ਹੋਈ ਹੈ, ਜਿਹੜੀ ਮੈਂ ਪੰਜਾਬ ਦੀਆਂ ਔਰ ਰਾਜਸਥਾਨ ਦੀਆਂ ਜਗ੍ਹਾ ਦੇ ਕੇ ਕੱਟੀ ਹੈ। ਜਿਹੜੀ ਸੈਂਟਰ ਗੌਰਮੈਂਟ ਨੇ, ਵੀਪੀ ਸਿੰਘ ਸਰਕਾਰ ਨੇ ਜਿੰਨੇ ਬੰਦਿਆਂ ਨੇ ਸਜ਼ਾ ਕੱਟੀ ਸੀ ਉਹ ਕੱਟੀ ਗਈ। ਬਾਕੀ ਜਿਹੜੀ ਆ ਉਹਨਾਂ ਨੂੰ ਵੱਖ-ਵੱਖ ਮਹਿਕਮਿਆਂ ਨੌਕਰੀਆਂ ਦਿੱਤੀਆਂ, DCI ਦੇ ਵਿੱਚ ਦਿੱਤੀਆਂ ਗਈਆਂ, ਆਪਣਾ ਟੈਲੀਫੋਨ ਡਿਪਾਰਟਮੈਂਟ ਜਿਹੜਾ ਪੋਸਟ ਆਫਿਸ ਦੇ ਵਿੱਚ, ਰੇਲਵੇ ਦੇ ਸਰਵਿਸ ਦਿੱਤੀ ਗਈ। ਪਰ ਉਦੋਂ ਸਰਵਿਸ ਜਿਹੜੀ ਕੋਈ ਮਦਰਾਸ ਵੱਲ ਦਿੱਤੀ ਗਈ, ਕੋਈ ਕੇਰਲਾ ਸਾਈਡ 'ਤੇ ਦੇ ਦਿੱਤੀ ਗਈ, ਕੋਈ ਤਾਮਿਲਨਾਡੂ ਦੀ ਦਿੱਤੀ ਗਈ। ਉਦੋਂ ਤਨਖਾਹਾਂ ਬਹੁਤ ਘੱਟ ਸੀ, ਇਸ ਕਰਕੇ ਬੰਦਿਆਂ ਨੇ ਨੌਕਰੀਆਂ ਛੱਡ ਕੇ ਤੇ ਵਾਪਸ ਪੰਜਾਬ ਆ ਗਏ। ਧਰਮੀ ਫੌਜੀ ਹੋਣ ਦੇ ਬਾਵਜੂਦ ਵੀ ਮੈਂ ਕਈ ਵਾਰ ਬਾਦਲ ਸਾਹਿਬ ਨੂੰ ਮਿਲਦਾ ਰਿਹਾ ਜਦੋਂ ਮੈਂ ਠੀਕ ਸੀ। ਹੁਣ ਤਾਂ ਮੈਂ ਪਿਛਲੇ 14 ਸਾਲ ਤੋਂ ਤਕਰੀਬਨ ਮੰਜੇ 'ਤੇ ਆ, ਮੈਂ ਆ ਜਾ ਨਹੀਂ ਸਕਦਾ ਕਿਤੇ। ਇਹ ਕਰਕੇ ਜਿਹੜਾ ਮਤਲਬ ਮੇਰੇ ਮਕਾਨ ਦੇ ਉੱਤੇ ਅੱਜ ਵੀ ਪੁਲਿਸ ਚੌਕੀ ਬੈਠੀ ਹੈ। ਕੋਈ ਪੈਨਸ਼ਨ ਨਹੀਂ, ਕੋਈ ਸਕੀਮ ਨਹੀਂ, ਅੱਜ ਤੱਕ ਵੀ ਕੋਈ ਪੈਨਸ਼ਨ ਨਹੀਂ ਹੈਗੀ, ਕਿਉਂਕਿ ਜਦੋਂ ਸਜ਼ਾ ਹੋ ਜਾਏ, ਜਨਰਲ ਕੋਰਟ ਮਾਰਸ਼ਲ ਹੋ ਜਾਏ, ਉਦੋਂ ਉਹਦੀ ਕੋਈ ਸਰਕਾਰ ਦੀ ਪੈਨਸ਼ਨ ਦਾ ਮਸਲਾ ਹੀ ਨਹੀਂ ਰਹਿ ਜਾਂਦਾ। ਇਹ ਕਰਕੇ ਕੋਈ ਪੈਨਸ਼ਨ ਨਹੀਂ ਹੋਣੀ। ਅੱਜ ਤੱਕ ਜ਼ਿਆਦਾ ਤੇ ਰੱਬ ਆਸਰੇ ਵਿੱਚ ਉਹ ਤਾਂ ਪਰਮਾਤਮਾ ਕਰਨ ਵਾਲਾ। ਜੇ ਕੋਈ ਬੰਦੇ ਗਰੀਬ ਆ, ਜੇ ਕੋਈ ਨਹੀਂ ਨੌਕਰੀ ਵਾਲੇ, ਤਾਂ ਉਹਨਾਂ ਦੀ ਵੀ ਤਾਂ ਰੋਟੀ ਚੱਲਦੀ ਹੈ। ਇਹ ਕਹੀਏ ਅੱਜ ਤੱਕ ਤੇ ਮੈਂ ਤਾਂ ਇਹ ਵੀ ਕਹਾਂਗਾ, ਸਾਡਾ ਜਿਹੜਾ ਮਤਲਬ 9/9/92 ਤੋਂ ਸਾਡੇ ਮੇਰੇ ਮਕਾਨ ਦੇ ਵਿੱਚ ਪੁਲਿਸ ਬੈਠੀ ਹੈ, ਜਦੋਂ ਉਹ ਅੱਜ ਵੀ ਤੁਸੀਂ ਨਸ਼ਹਿਰਾ ਪੰਨੂਆ ਜਾ ਕੇ ਦੇਖ ਸਕਦੇ, ਪੁਲਿਸ ਚੌਕੀ ਬਣੀ ਹੋਈ ਹੈ ਤੇ ਅੱਜ ਤੱਕ ਨਹੀਂ ਉਹ ਛੱਡੀ ਜਾ ਰਹੀ। ਜ਼ਿਕਰੇ ਖਾਸ ਹੈ ਕਿ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਿੱਖਾਂ ਦੇ ਮਹਾਨ ਤੀਰਥ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਵਾ ਦਿੱਤਾ ਸੀ। ਉਸ ਨੂੰ ਟੈਟੇਰੀ ਕਰਨ ਤੋਂ ਬਾਅਦ ਹਰ ਸਿੱਖ ਦਾ ਦਿਲ ਵਲੂੰਦਰਿਆ ਗਿਆ, ਜਿਸ ਦੇ ਚੱਲਦਿਆਂ ਫੌਜੀ ਹਮਲੇ ਨੂੰ ਦੇਖ ਭਾਰਤੀ ਫੌਜ ਵਿੱਚ ਉਸ ਸਮੇਂ ਮੌਜੂਦ ਸਿੱਖ ਫੌਜੀ ਜਵਾਨਾਂ ਵੱਲੋਂ ਭਾਰਤੀ ਫੌਜ ਤੋਂ ਬਗਾਵਤ ਕਰਦਿਆਂ ਦਰਬਾਰ ਸਾਹਿਬ ਦੀ ਰੱਖਿਆ ਲਈ ਫੌਜ ਦੇ ਹਥਿਆਰਾਂ ਸਮੇਤ ਦਰਬਾਰ ਸਾਹਿਬ ਵੱਲ ਕੂਚ ਕਰ ਦਿੱਤਾ ਗਿਆ ਸੀ। ਬੇਸ਼ੱਕ ਉਕਤ ਗੁਰੂ ਦੇ ਸਿੱਖ ਫੌਜੀ ਜਵਾਨਾਂ ਵੱਲੋਂ ਭਾਰਤੀ ਫੌਜ ਦਾ ਟਾਕਰਾ ਕਰਨ ਲਈ ਭਾਰਤੀ ਫੌਜ ਅਤੇ ਉਸ ਦੇ ਹਥਿਆਰਾਂ ਉਠਾ ਲਏ, ਪਰ ਲੇਕਿਨ ਫੌਜ ਵੱਲੋਂ ਉਹਨਾਂ ਨੂੰ ਆਪਣੀਆਂ ਫੌਜੀ ਛਾਉਣੀਆਂ ਤੋਂ ਕੂਚ ਕਰਦੇ ਸਮੇਂ ਰਸਤੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਕਈ ਸਾਲ ਦੀਆਂ ਜੇਲ੍ਹਾਂ ਇਹਨਾਂ ਵੱਲੋਂ ਕੱਟੀਆਂ ਗਈਆਂ। ਇਹਨਾਂ ਦੀ ਇਹ ਸ਼ਹਾਦਤ ਲਾਮਿਸਾਲ ਹੈ। ਪਵਨ ਸ਼ਰਮਾ, ਸਿੱਖ ਨਿਊਜ਼ ਐਕਸਪ੍ਰੈਸ, ਤਰਨਤਾਰਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।